ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰਾਈਮ 'ਚ। ਅੱਜ ਅਸੀਂ ਚਰਚਾ ਕਰ ਰਹੇ ਹਾਂ ਕਾਂਗਰਸ ਦੇ ਵਿੱਚ ਮਚੇ ਕਲੇਸ਼ ਦੀ। ਇੱਕ ਪਾਸੇ ਸਿੱਧੂ ਨਾਰਾਜ਼ ਨੇ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਵਿੱਚ ਨੇ ਤੇ ਮੁਲਾਕਾਤਾਂ ਦਾ ਦੌਰ ਜਾਰੀ ਹੈ। ਸ਼ੁਰੂਆਤ ਕਰਦੇ ਹਾਂ ਇਸ ਸੈਗਮੈਂਟ ਦੀ ਇੱਕ ਵਾਰ ਫਿਰ ਤੋਂ। ਮੈਂ ਸ਼ੁਰੂਆਤ ਕਰਾਂਗਾ ਬੀਜੇਪੀ ਤੋਂ, ਕਿਉਂਕਿ ਬੀਜੇਪੀ ਦੇ ਨਾਲ ਨਜ਼ਦੀਕੀਆਂ ਵਧੀਆਂ ਨਜ਼ਰ ਆ ਰਹੀਆਂ ਨੇ। ਸਰੀਨ ਸਾਹਿਬ, ਤੁਸੀਂ ਜਵਾਬ ਬੇਸ਼ੱਕ ਕੁਝ ਨਹੀਂ ਦੇ ਰਹੇ, ਪਰ ਕਾਂਗਰਸੀ ਕਹਿੰਦੇ ਕਿ ਬੇਫਿਕਰ ਰਹੋ, ਕਿਤੇ ਨਹੀਂ ਜਾਂਦੇ ਕੈਪਟਨ ਅਮਰਿੰਦਰ ਸਿੰਘ। ਮੁਲਾਕਾਤ ਹੋ ਰਹੀ ਹੈ ਤੇ ਇੱਕ ਬਤੌਰ ਸਾਬਕਾ ਮੁੱਖ ਮੰਤਰੀ ਤੇ ਦੂਜੇ ਪਾਸੇ ਗ੍ਰਹਿ ਮੰਤਰੀ ਨਾਲ ਹੋਈ ਹੈ। ਗੌਰਵ ਜੀ, ਅੱਛੀ ਗੱਲ ਹੈ ਜੇ ਉਹ ਇੰਨਾ ਕੌਨਫੀਡੈਂਟ ਹੈਗੇ ਨੇ ਕਿ ਵੀ ਕੈਪਟਨ ਸਾਹਿਬ ਕਿਤੇ ਨਹੀਂ ਜਾਂਦੇ। ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਔਰ ਸਿੱਖੀ ਸਾਹਿਬ ਬਹੁਤ ਸੀਨੀਅਰ ਨੇਤਾ ਨੇ ਔਰ ਇੱਕ ਪੰਜਾਬ ਦੀ ਰਿਸਪੈਕਟਡ ਫਿਗਰ ਨੇ। ਲੇਕਿਨ ਸਿੱਖੀ ਸਾਹਿਬ ਜਦੋਂ ਕੈਪਟਨ ਸਾਹਿਬ ਨੂੰ ਹਿਊਮਿਲੀਏਟ ਕੀਤਾ ਜਾ ਰਿਹਾ ਸੀਗਾ, ਉਦੋਂ ਕਿੱਥੇ ਸੀਗੇ ਆਪਾਂ? ਇੰਨੀ ਦੁਰਗਤੀ ਤੇ ਸ਼ਾਇਦ ਹੀ ਕਿਸੇ ਮੁੱਖ ਮੰਤਰੀ ਨਾਲ ਕਿਸੇ ਨੇ ਕੀਤੀ ਹੋਵੇ ਜੋ ਤੁਹਾਡੀ ਹਾਈ ਕਮਾਂਡ ਨੇ ਕੈਪਟਨ ਸਾਹਿਬ ਨਾਲ ਕੀਤੀ। ਸੀਐਲਪੀ ਦੇ ਲੀਡਰ ਹੋਣ, ਸੀਐਲਪੀ ਦੀ ਮੀਟਿੰਗ ਬੁਲਾ ਰਹੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਬਹੁਤ ਤਰਸ ਆ ਰਿਹਾ ਸਰੀਨ ਸਾਹਿਬ ਤੁਹਾਨੂੰ। ਨਹੀਂ, ਦੇਖੋ ਮੈਂ ਇੱਕ ਚੀਜ਼ ਗੌਰਵ ਜੀ ਕਹਾਂਗਾ, ਚਾਹੇ ਬੰਦਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੋਵੇ, ਕਿਸੇ ਵੀ ਦਾ ਮੁੱਖ ਮੰਤਰੀ ਹੋਵੇ, ਚਾਹੇ ਸਾਡੇ ਹੋਣ ਜਾਂ ਕੋਈ ਵੀ ਹੋਣ, ਲੇਕਿਨ ਵਿਅਕਤੀ ਦੇ ਕੱਦ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਮਰਿਆਦਾਵਾਂ ਜ਼ਰੂਰ ਸਭ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਇਹਨਾਂ ਨੇ ਤੇ ਇੰਨਾ ਕਿ ਹਿਊਮਿਲੇਟ ਕੀਤਾ ਉਸ ਸ਼ਖਸ ਨੂੰ, ਆਫਟਰ ਸਾਡੇ ਮੁੱਖ ਮੰਤਰੀ ਸੀਗੇ, ਕਿ ਸੀਐਲਪੀ ਦੀ ਮੀਟਿੰਗ ਔਰ ਸੀਐਲਪੀ ਦੇ ਲੀਡਰ, ਉਹਨਾਂ ਨੂੰ ਪਤਾ ਹੀ ਕੋਈ ਨਹੀਂਗਾ। ਔਰ ਫਿਰ ਜਿਸ ਤਰੀਕੇ ਨਾਲ ਉਹਨਾਂ ਨੂੰ ਤਿੰਨ ਹਫ਼ਤੇ ਪਹਿਲਾਂ ਜੋ ਉਹਨਾਂ ਨੇ ਦੱਸਿਆ ਹੈਗਾ, ਉਹਨੇ ਖੁਦ ਬਿਆਨ ਕੀਤਾ ਕਿ ਆਈ ਐਮ ਫੀਲਿੰਗ ਇਨਸਲਟਡ। ਤੁਹਾਨੂੰ ਲੱਗਦਾ ਕਿ ਨਹੀਂ ਰਹਿਣਗੇ ਕਾਂਗਰਸ 'ਚ? ਨਹੀਂ, ਦੇਖੋ ਉਹ ਉਹਨਾਂ ਨੇ ਆਪਣਾ ਕੋਰਸ ਉਹਨਾਂ ਨੇ ਤੈਅ ਕਰਨਾ ਹੈਗਾ। ਅਸੀਂ ਉਹਨਾਂ ਤੇ ਕਮੈਂਟ ਕਰਨ ਵਾਲੇ, ਸਾਡਾ ਕੋਈ ਅਧਿਕਾਰ ਨਹੀਂ ਬਣਦਾ ਕਿ ਅਸੀਂ ਕੈਪਟਨ ਸਾਹਿਬ ਤੇ ਕੋਈ ਕਮੈਂਟ ਕਰੀਏ। ਉਹਨਾਂ ਨੇ ਰਸਤਾ ਆਪਣਾ ਤੈਅ ਕਰਨਾ। ਇਹ ਤੇ ਕਾਂਗਰਸ ਨੇ ਉਹਨਾਂ ਵਾਸਤੇ ਦਰਵਾਜ਼ੇ ਬੰਦ ਕੀਤੇ। ਤੁਹਾਡੇ ਬਿਆਨ ਇਸ਼ਾਰੇ ਕਰ ਰਹੇ ਨੇ ਨਾ, ਤੁਹਾਡੇ ਬਿਆਨ ਇਸ਼ਾਰੇ ਕਰ ਰਹੇ ਨੇ ਕਿ ਬੀਜੇਪੀ ਬੜੀ ਸੌਫਟ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ। ਪਿਛਲੇ 4.5 ਸਾਲ ਦੇ ਵਿੱਚ ਅਜਿਹਾ ਪਿਆਰ ਨਹੀਂ ਦਿਖਿਆ ਸੀ। ਦੇਖੋ ਇੱਕ ਗੱਲ ਸਮਝ ਲਓ, ਦੇਖੋ ਤੁਸੀਂ ਰਾਸ਼ਟਰਵਾਦੀ ਕਹਿ ਦਿੱਤਾ, ਹਿਊਮਿਲੇਟ ਕੀਤਾ, ਇਹ ਵੀ ਕਹਿ ਦਿੱਤਾ, ਤੇ ਕਾਂਗਰਸ ਦੇ ਅੰਦਰ ਉਹਨਾਂ ਦੀ ਕੀ ਸਥਿਤੀ ਹੋ ਗਈ ਸੀ ਇਹ ਵੀ ਕਹਿ ਦਿੱਤਾ। ਮੈਨੂੰ ਇਹ ਦੱਸੋ, ਮੈਂ ਗਲਤ ਕਿਹਾ? ਜੋ ਕਿਹਾ ਗਲਤ ਕਿਹਾ? ਮੈਂ ਤਾਂ ਜੋ ਫੈਕਟ ਹੈ ਉਹ ਦੱਸਿਆ ਜੀ। ਮੈਂ ਤੇ ਕੋਈ ਯੈਸ অর ਨੋ ਜਾਂ ਇੱਧਰ ਸੱਜੇ ਖੱਬੇ ਗਿਆ ਹੀ ਨਹੀਂ ਕਿਤੇ ਜੀ। ਮੈਂ ਤਾਂ ਹੀ ਪੁੱਛ ਰਿਹਾ ਨਾ ਤੁਹਾਨੂੰ ਇਹ ਸਰਕਮਸਟੈਂਸ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਮੁਤਾਬਕ ਸਹੀ ਕਹੇ ਨੇ, ਤਾਂ ਉਸ ਤੋਂ ਬਾਅਦ ਲੱਗਦਾ ਕਿ ਕਾਂਗਰਸ ਛੱਡ ਦੇਣਗੇ। ਮੈਂ ਨਹੀਂ ਕਹਿ ਰਿਹਾ ਕਿ ਬੀਜੇਪੀ ਜਾਣਗੇ। ਨਹੀਂ ਗੌਰਵ ਜੀ, ਹਾਲਤ ਇਹ ਹੋ ਗਈ ਹੈ ਕਿ ਅੱਜ ਇਹਨਾਂ ਦੇ ਹੀ ਬਹੁਤ ਹੀ ਸੀਨੀਅਰ ਲੀਡਰ ਕਪਿਲ ਸਿੱਬਲ ਜੀ ਦਾ ਜਿਹੜਾ ਬਿਆਨ ਆਇਆ ਕਿ ਸਾਨੂੰ ਇਹ ਤੇ ਦੱਸ ਦਿਓ ਨਿਰਣਾ ਕੌਣ ਕਰਦਾ ਪਿਆ ਕਾਂਗਰਸ ਦੇ ਵਿੱਚ। ਸਾਨੂੰ ਤੇ ਜੇ ਕਪਿਲ ਸਿੱਬਲ ਵਰਗਾ ਬੰਦਾ ਇਹ ਪੁੱਛੇ ਕਾਂਗਰਸ ਹਾਈ ਕਮਾਂਡ ਨੂੰ, ਸੋਨੀਆ ਗਾਂਧੀ ਜੀ ਨੂੰ, ਕਿ ਵੀ ਕਾਂਗਰਸ 'ਚ ਨਿਰਣਾ ਕੌਣ ਕਰਦਾ, ਸਾਨੂੰ ਇਹ ਤੇ ਦੱਸ ਦਿਓ। ਕਾਂਗਰਸ ਰਾਸ਼ਟਰੀ ਅਧਿਕਸ਼ ਆਪਣਾ ਅੱਜ ਤੱਕ ਨਹੀਂ ਚੁਣ ਪਾਈ ਜੀ। ਕਿੰਨੇ 1.5 ਸਾਲ ਤੇ ਇਸ ਸਾਲ ਨੂੰ ਬਿਲਕੁਲ ਉਹ ਸਾਰੇ ਲੋਕਾਂ ਨੇ ਸੁਣਿਆ। ਮੈਂ ਤੁਹਾਡੇ ਕੋਲ ਵਾਪਸ ਸੁਣਿਆ ਸੈਕਟਰੀ ਸਾਹਿਬ, ਇੱਕ ਰਿਐਕਸ਼ਨ ਤੁਹਾਡਾ। ਦੇਖੋ ਬੀਜੇਪੀ ਦੇ ਸੌਫਟ ਕਾਰਨਰ ਦੇ ਉੱਤੇ ਜ਼ਰੂਰ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ, ਔਰ ਮੁਲਾਕਾਤਾਂ ਬਹੁਤ ਸਾਰੇ ਇਸ਼ਾਰੇ ਕਰ ਰਹੀਆਂ, ਬੇਸ਼ੱਕ ਕਾਂਗਰਸ ਆਪਣੇ ਲਿਹਾਜ਼ ਦੇ ਨਾਲ ਉਸ ਨੂੰ ਦੇਖ ਰਹੀ ਹੋਵੇ। ਦੇਖੋ ਗੌਰਵ ਜੀ, ਮੈਂ ਸਰੀਨ ਸਾਹਿਬ ਜੋ ਗੱਲ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਕਿ ਹਿਊਮਿਲੇਸ਼ਨ ਲੀਡਰ ਨੂੰ ਹੁੰਦੀ ਹੈ। ਜੇ ਉਹਦੀ ਮਰਜ਼ੀ ਬਿਨਾਂ ਸੀਐਲਪੀ ਦੀ ਮੀਟਿੰਗ ਹੋਈ ਤੇ ਹਿਊਮਿਲੇਸ਼ਨ ਤੇ ਡੈਫੀਨੇਟਲੀ ਹੋਈ। ਔਰ ਇਹਦੇ ਕਈ ਕਾਰਨ ਜਿਹੜੇ ਨੇ, ਉਹ ਜਿਹੜੀ ਇਹਦੀ ਬੈਕਗਰਾਉਂਡ ਆ ਉਸ ਚੀਜ਼ ਦਾ, ਅਸੀਂ ਜੋ ਵੀ ਹੈ ਉਹਦੀ ਹੋਏਗੀ, ਕੋਖ ਹੋਏਗੀ ਤੇ ਉਹਦੇ ਤੇ ਐਕਸ਼ਨ ਵੀ ਹੋਏਗਾ। ਪਰ ਦੀ ਕੁਐਸਚਨ ਹੈ ਕਿ ਇਹ ਜਿਹੜਾ ਪਾਰਟੀ ਹੈ, ਇਹ ਬੀਜੇਪੀ ਪਾਰਟੀ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਸਰੀਨ ਸਾਹਿਬ ਨੂੰ ਕਿ ਅਡਵਾਨੀ ਜੀ ਦੀ ਕਿਆ ਪੂਰੀ ਇੱਜ਼ਤ ਕੀਤੀ ਗਈ ਹੈ? ਉਹ ਤੇ ਬਹੁਤ ਹੀ ਸੀਨੀਅਰ ਸਨ ਅਡਵਾਨੀ ਜੀ, ਤੇ ਆਪਣਾ ਉਹਨਾਂ ਦੀ ਜੋ ਪੋਜੀਸ਼ਨ ਕੀਤੀ ਹੈ ਬੀਜੇਪੀ 'ਚ ਇਹਨਾਂ ਦੇ ਲੀਡਰਸ ਨੇ, ਕਿਆ ਉਹ ਠੀਕ ਸੀਗੀ? ਆਪਾਂ ਇਸ ਚੀਜ਼ ਨਾ ਜਾਈਏ, ਆਪਾਂ ਮੁੱਦੇ ਤੇ ਆਈਏ। ਮੁੱਦਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 'ਚ ਜਿਹੜੇ ਸਾਡੇ ਕੈਪਟਨ ਸਾਹਿਬ ਨੇ ਜਾਂ ਸਿੱਧੂ ਸਾਹਿਬ ਨੇ, ਮੈਂ ਉਹਨਾਂ ਨੂੰ ਫਿਰ ਦੁਬਾਰਾ ਇੱਕ ਗੱਲ ਰਿਪੀਟ ਕਰਕੇ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਕਾਂਗਰਸ ਦਾ ਵਰਕਰ ਇਹ ਕਹਿ ਰਿਹਾ ਕਿ ਅਸੀਂ ਤੁਹਾਨੂੰ ਵੋਟਾਂ ਦਿੱਤੀਆਂ, ਅਸੀਂ ਤੁਹਾਡੇ ਨਾਲ ਚੱਲੇ, ਤੁਹਾਨੂੰ ਇੱਜ਼ਤ ਮਾਨ ਦਿੱਤੀ, ਆਪਣੇ ਅਹਿਮ ਨੂੰ ਛੱਡ ਕੇ ਅੱਜ ਪਾਰਟੀ ਨੂੰ ਲੋੜ ਹੈ। ਕਾਂਗਰਸ ਦਾ 40 ਸਾਲ ਦਾ ਵਰਕਰ ਹੋਣ ਦੇ ਨਾਤੇ ਪੰਜਾਬ ਦੇ ਕਾਂਗਰਸੀਆਂ ਦੀ ਆਵਾਜ਼ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਨਿਊਜ਼ 18 ਦੇ ਚੈਨਲ ਦੇ ਥਰੂ ਕਿ ਆਪਾਂ ਅਹਿਮ ਛੱਡ ਦਈਏ, ਜਿੱਥੇ ਕਿਤੇ ਗਲਤੀ ਹੋਈ ਹੈ ਉਹਨੂੰ ਸੁਧਾਰੀਏ। ਪਾਰਟੀ ਨੇ ਬਹੁਤ ਕੁਝ ਦਿੱਤਾ, ਕੈਪਟਨ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ, ਕਾਂਗਰਸ ਪਾਰਟੀ ਨੇ ਬਣਾਇਆ, ਔਰ ਸਿੱਧੂ ਸਾਹਿਬ ਦੇ ਅਜੇ 4 ਸਾਲ ਹੋਏ ਨਹੀਂ ਸਾਡੀ ਪਾਰਟੀ 'ਚ ਆਏ, ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ। ਇਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੇ ਲੀਡਰ ਨੇ। ਮੈਂ ਤਾਂ ਬਹੁਤ ਛੋਟਾ ਜਿਹਾ ਵਰਕਰ ਹਾਂ ਪਾਰਟੀ ਦਾ। ਅੱਜ ਆਪਣਾ ਅਹਿਮ ਛੱਡ ਕੇ ਇਕੱਠੇ ਹੋਣ ਦੀ ਜ਼ਰੂਰਤ ਹੈ
ਕਿਉਂਕਿ ਅੱਜ ਇੱਕ ਚੀਜ਼ ਦੇਖਣ ਦੀ ਲੋੜ ਹੈ ਕਿ ਜਿਹੜੀ ਨਵੀਂ ਜਦੋਂ ਕ੍ਰਾਈਸਿਸ ਹੁੰਦਾ ਨਾ ਤੇ ਫਿਰ ਨਵੀਂ ਲੀਡਰਸ਼ਿਪ ਵੀ ਅੱਗੇ ਆ ਜਾਂਦੀ ਹੈ। ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਬਣੇ ਨੇ, ਚੰਦ ਦਿਨਾਂ 'ਚ, ਹਫ਼ਤਾ ਵੀ ਨਹੀਂ ਹੋਇਆ ਅਜੇ, ਚੰਦ ਦਿਨਾਂ 'ਚ ਇਤਿਹਾਸਿਕ ਫੈਸਲੇ ਕਰ ਦਿੱਤੇ ਉਹਨਾਂ ਨੇ। ਉਹ ਫੈਸਲੇ ਜਿਹੜੇ ਪੰਜਾਬ ਦੇ ਲੋਕ ਮੰਗਦੇ ਸੀ, ਜਿਨ੍ਹਾਂ ਦੀ ਜ਼ਰੂਰਤ ਸੀ, ਉਹ ਕੀਤਾ। ਅੱਜ 1200 ਕਰੋੜ ਰੁਪਈਆ ਉਹ ਗਰੀਬ ਦੇ ਘਰ ਦਾ ਮਾਫ ਕਰ ਦਿੱਤਾ, ਬਿਜਲੀ ਦਾ ਬਿੱਲ, ਜਿਹਦੇ ਘਰ 'ਚ ਬੱਤੀ ਬੰਦ ਹੋ ਗਈ ਸੀ। ਅੱਜ ਉਹ ਲੱਖਾਂ ਬੰਦਿਆਂ ਦੇ ਘਰ 'ਚ ਦੀਵਾ ਚੰਨੀ ਸਾਹਿਬ ਨੇ ਜਗਾ ਦਿੱਤਾ। ਛੋਟੀ ਗੱਲ ਨਹੀਂ ਹੈ, ਬਹੁਤ ਵੱਡਾ ਫੈਸਲਾ, ਬਹੁਤ ਵੱਡਾ ਫੈਸਲਾ। ਵੱਡੇ ਵੱਡੇ ਲੋਕਾਂ ਨੂੰ, ਇੰਡਸਟਰੀਲਿਸਟਾਂ ਨੂੰ ਇਹਨਾਂ ਨੇ ਬਿਜਲੀ ਦੇ ਬਿੱਲ ਘਟਾਏ। ਗੱਲ ਇਹੀ ਹੋਈ ਨਾ ਕਿ ਕੈਪਟਨ ਦੇ ਲਈ ਕੋਈ ਬਾਕੀ ਜਗ੍ਹਾ ਨਹੀਂ ਰਹੀ ਹੁਣ ਕਾਂਗਰਸ ਦੇ ਅੰਦਰ। ਕੈਪਟਨ ਦੇ ਲਈ ਕੋਈ ਜਗ੍ਹਾ ਨਹੀਂ ਰਹੀ ਕਾਂਗਰਸ ਦੇ ਅੰਦਰ। ਮੈਂ ਇੱਕ ਬਹੁਤ ਵੱਡਾ ਬਿਆਨ ਦੇ ਰਿਹਾ, ਮੇਰੀ ਗੱਲ ਸੁਣੋ, ਮੈਂ ਇੱਕ ਬਹੁਤ ਵੱਡਾ ਬਿਆਨ ਦੇ ਰਿਹਾ, ਚਾਹੇ ਲੋਕ ਪਸੰਦ ਕਰਨ ਜਾਂ ਨਾ ਕਰਨ। ਚੰਨੀ ਸਾਹਿਬ ਪਹਿਲੇ ਮੁੱਖ ਮੰਤਰੀ ਨੇ ਜੀ ਜਿਨ੍ਹਾਂ ਨੇ ਗਰੀਬ ਦੀ ਗੱਲ ਕੀਤੀ ਹੈ। ਦੇਖੋ ਸਰਕਾਰਾਂ ਨੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ, ਬਹੁਤ ਚੰਗਾ ਕੀਤਾ। ਜਿਹੜੇ ਬਹੁਤ ਬਹੁਤ ਵੱਡੇ ਕਿਸਾਨਾਂ ਦੇ ਬਿੱਲ ਵੀ ਮਾਫ ਹੋਏ। ਸਰਕਾਰਾਂ ਨੇ ਇੰਡਸਟਰੀਲਿਸਟਾਂ ਦੇ ਬਿੱਲ ਘਟਾ ਦਿੱਤੇ, ਬੱਤੀਆਂ ਦੇ, ਬਿਜਲੀ ਦੇ, ਫੈਕਟਰੀਆਂ ਦੇ, ਉਹ ਵੀ ਬਹੁਤ ਚੰਗਾ ਕੀਤਾ, ਘਟਾਣੇ ਚਾਹੀਦੇ ਸੀ। ਪਰ ਚੰਨੀ ਸਾਹਿਬ ਨੇ ਆਂਦਿਆਂ ਸਭ ਤੋਂ ਪਹਿਲਾਂ ਗਰੀਬ ਦੀ ਗੱਲ ਕੀਤੀ। ਉਹ ਗਰੀਬ ਦੇ ਜਿਹਦੀ 2 ਕਿਲੋਵਾਟ ਸਿਰਫ ਬੱਤੀ ਪੂਰਦਾ ਸੀਗਾ। ਮਤਲਬ 4.5 ਸਾਲ ਤੁਹਾਡੇ ਸੀਐਮ ਨੇ ਗਰੀਬ ਦੀ ਗੱਲ ਨਹੀਂ ਕੀਤੀ। ਗਰੀਬ, ਮੈਂ ਇਹ ਗੱਲ ਬਿਲਕੁਲ ਨਹੀਂ, ਮੈਂ ਚੰਨੀ ਸਾਹਿਬ ਦੀ ਗੱਲ ਕਰ ਰਿਹਾ ਕਿ ਉਹਨਾਂ ਨੇ ਕੀਤਾ। 2-2 ਵਜੇ ਤੱਕ ਰਾਤ ਕੰਮ ਕਰ ਰਹੇ ਨੇ, ਡਬਲ ਪੂਰੀ ਸਰਕਾਰ ਚੱਲ ਰਹੀ ਹੈ ਔਰ ਕੰਮ ਕਰ ਰਹੇ ਨੇ। ਕੱਲ੍ਹ ਦਿਨਾਂ 'ਚ ਪਤਾ ਚੱਲ ਜਾਏਗਾ ਕਿ ਜਿਹੜੀ ਠੀਕ ਹੈ। ਨਹੀਂ ਸੈਕਟਰੀ ਸਾਹਿਬ, ਤੁਸੀਂ ਹੁਣ ਡਿਫੈਂਡ ਵੀ ਕਰ ਰਹੇ ਹੋ, ਤੁਸੀਂ ਹਮਲਾਵਰ ਵੀ ਹੋ, ਤੁਸੀਂ ਨਸੀਹਤ ਵੀ ਦੇ ਰਹੇ ਹੋ। ਸਭ ਕੁਝ ਕਾਂਗਰਸ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਰ ਰਹੀ ਹੈ। ਮੈਂ ਤੁਹਾਡੇ ਕੋਲ ਆਵਾਂਗਾ, ਪਰ ਮੈਂ ਇੱਕ ਵਾਰ ਰਵਨੀਤ ਬਰਾੜ ਜੀ ਦਾ ਰੁਖ ਕਰ ਲਾਂ। ਰਵਨੀਤ ਜੀ, ਇਸ ਪੂਰੇ ਸਿਆਸੀ ਕਲੇਸ਼ ਦੇ ਵਿਚਾਲੇ ਕਿਸਾਨਾਂ ਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ? ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਦੇਖ ਰਹੇ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਕੋਈ ਉਮੀਦ ਹੈ ਇਸ ਸਭ ਦੇ ਵਿਚਾਲੇ ਕਿ ਕੁਝ ਨਾ ਕੁਝ ਵੱਖਰਾ ਹੋ ਜਾਏਗਾ ਇਸ ਪੂਰੇ ਅੰਦੋਲਨ ਨੂੰ ਲੈ ਕੇ? ਗੌਰਵ ਜੀ, ਇੱਕ ਗੱਲ ਮੈਂ ਦੱਸਣਾ ਚਾਹੁੰਦਾ ਵੀ ਮੈਂ ਜੋ ਸੇਕਰੀ ਸਾਹਿਬ ਤੇ ਸਰੀਨ ਸਾਹਿਬ ਤੋਂ ਸੁਣ ਰਿਹਾ, ਉਹ ਇੱਕ ਇੰਗਲਿਸ਼ ਦਾ ਪ੍ਰੋਵਰਬ ਹੈ ਵੀ ਨੈਵਰ ਟੈਲ ਐਵਰੀਥਿੰਗ ਐਟ ਵਾਂਸ। ਤੋ ਸਾਰਾ ਕੁਝ ਆਪਾਂ ਨੂੰ ਕਲੀਅਰ ਤਾਂ ਇਹ ਕੱਲ ਤੱਕ ਜਾਂ ਪਰਸੋਂ ਤੱਕ ਹੋ ਹੀ ਜਾਣਾ ਵੀ ਕੀ ਇਹ ਸਾਰਾ ਕੁਝ ਚੱਲ ਰਿਹਾ। ਤੁਹਾਨੂੰ ਵੀ ਪਤਾ ਤੇ ਇਹਨਾਂ ਨੂੰ ਵੀ ਪਤਾ। ਦੂਸਰੀ ਗੱਲ, ਅਸੀਂ ਹਰ ਉਸ ਚੀਜ਼ ਨੂੰ ਪੋਜ਼ਿਟਿਵ ਸਟੈਪ ਮੰਨਾਂਗੇ ਜਿਹੜਾ ਕਿਸਾਨਾਂ ਲਈ ਹੋਊਗਾ। ਬੇਸ਼ੱਕ ਕਿਸੇ ਚਿਹਰੇ ਦਾ ਕਿਸੇ ਪਾਰਟੀ ਵਿੱਚ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਇਹ ਇੰਟਰਨਲ ਮੈਟਰ ਹੈ, ਪੋਲਿਟਿਕਸ ਦਾ ਹਿੱਸਾ ਹੁੰਦਾ ਹੈ। ਪਾਰਟੀ ਸਵਿਚ ਕਰਨੀ ਜਾਂ ਕੋਈ ਆਪਦੇ ਮੁੱਦਿਆਂ ਦੇ ਛੱਡ ਕੇ ਦੂਸਰੀ ਪਾਰਟੀ ਨੂੰ ਜੁਆਇਨ ਕਰਨਾ, ਸੀ ਥੀਸ ਆਰ देयर ਇੰਟਰਨਲ ਮੈਟਰਸ। ਸਾਨੂੰ ਕਿੱਥੇ ਬੈਨੀਫਿਟ ਹੋਊਗਾ? ਸਾਨੂੰ ਤਾਂ ਇੱਕ ਰੇ ਆਫ ਹੋਪ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸਾਨੂੰ ਤਾਂ ਹਰ ਰੋਜ਼ ਜਦੋਂ ਦਿਨ ਚੜ੍ਹਦਾ ਇੱਕ ਸੂਰਜ ਦੀ ਕਿਰਨ ਨਾਲ ਸਾਨੂੰ ਇੱਕ ਨਵੀਂ ਦਿਸ਼ਾ ਲੱਗ ਜਾਂਦੀ ਹੈ। ਉਹੀ ਮੈਂ ਇੱਕ ਹੋਰ ਛੋਟੀ ਸਟੇਟਮੈਂਟ ਚਾਹੁੰਦਾ ਰਮਨੀਤ ਜੀ, ਇਸ ਕਰਕੇ ਮੈਂ ਤੁਹਾਨੂੰ ਵਿਚਾਲੇ ਰੋਕਣਾ, ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ ਹੈ। ਜੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਸ਼ਾਮਲ ਹੁੰਦੇ ਨੇ ਔਰ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਉਹ ਕਰ ਦਿੱਤਾ ਜਾਵੇ, ਤਾਂ ਕੋਈ ਇਤਰਾਜ਼ ਤਾਂ ਨਹੀਂ ਹੋਏਗਾ? ਸਾਨੂੰ ਕੀ ਇਤਰਾਜ਼ ਹੋਣਾ ਜੀ? ਸਾਡਾ ਤਾਂ ਕਿਸੇ ਪਾਰਟੀ 'ਚ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਉਹ ਉਹਨਾਂ ਦੇ ਪਰਸਨਲ ਡਿਸੀਜਨ ਹੈ ਕੈਪਟਨ ਅਮਰਿੰਦਰ ਸਿੰਘ ਜੀ ਦਾ, ਬਿਕਾਜ਼ ਆਲਰੇਡੀ ਉਹਨਾਂ ਨੂੰ ਹਿਊਮਿਲੀਏਟ ਕੀਤਾ ਗਿਆ, ਜਿਵੇਂ ਸਰੀਨ ਸਾਹਿਬ ਨੇ ਵੀ ਦੱਸਿਆ ਸਾਰਾ ਕੁਝ। ਸੇਖੜੀ ਸਾਹਿਬ ਕੁਝ ਕਿਸੇ ਪਾਰਟੀ ਸਵਿਚ ਕਰਦੇ, ਮਤਲਬ ਤੁਸੀਂ ਵੈਲਕਮ ਕਰ ਰਹੇ ਹੋ ਕਿ ਜੇ ਹੁੰਦਾ ਤਾਂ ਸਾਨੂੰ ਕੋਈ ਦਿੱਕਤ ਨਹੀਂ। ਸੇਖੜੀ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਸੇਖੜੀ ਸਾਹਿਬ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, 20 ਸੈਕਿੰਡ ਸਰ ਪਲੀਜ਼। ਮੈਂ ਬਰਾੜ ਸਾਹਿਬ ਯੰਗ ਲੀਡਰ ਨੇ, ਬਹੁਤ ਅੱਛੀ ਗੱਲ ਕਰ ਰਹੇ ਨੇ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੂਰਾ ਪੰਜਾਬ ਜਿਹੜਾ ਵਾ ਤਪ ਦੀ ਲੋ ਤੇ ਬੈਠਾ ਹੈ। ਸਾਡੇ ਲੋਕਾਂ ਦੀ, ਸਭ ਦੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਇੰਡਸਟਰੀ ਦੀ, ਸ਼ਹਿਰਾਂ ਦੀ, ਪਿੰਡਾਂ ਦੀ ਜ਼ਿੰਦਗੀ ਅਸਤ ਵਿਅਸਤ ਹੋ ਗਈ ਹੈ। ਮੈਂ ਬੀਜੇਪੀ ਦੇ ਲੀਡਰਾਂ ਨੂੰ ਸਰੀਨ ਸਾਹਿਬ ਦੇ ਥਰੂ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਅਹਿਮ ਨੂੰ ਛੱਡ ਦਈਏ, ਲੋਕਾਂ ਦੀ ਗੱਲ ਕਰੀਏ। ਅੱਜ ਪੰਜਾਬ ਦੇ ਬਾਰਡਰ ਦੇ ਲੋਕਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਇਹ ਕਾਨੂੰਨ ਵਾਪਸ ਕਰ ਲਓ। ਕਾਨੂੰਨ ਵਾਪਸ ਕਰਕੇ ਹੀ ਇਹ ਮੁੱਦਾ ਸੋਲਵ ਹੋਣਾ ਵਾ, ਹੋਰ ਕੋਈ ਤਰੀਕਾ ਨਹੀਂ। ਬਿਟਵੀਨ ਲਾਈਨ ਠੀਕ ਹੈ ਸਰ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਸਰੀਨ ਸਾਹਿਬ 10 ਸੈਕਿੰਡ ਸਰ, ਛੋਟਾ ਜਿਹਾ ਕਮੈਂਟ, ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਹਾਂਜੀ ਗੌਰਵ ਜੀ, ਮੈਂ ਦੱਸਦਾ ਹਾਂ ਕਿ ਜੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਮੈਂ ਸਰੀਨ ਸਾਹਿਬ ਦਾ ਇੱਕ ਰਿਐਕਸ਼ਨ, ਸਰੀਨ ਸਾਹਿਬ ਜੀ ਸਰੀਨ ਸਾਹਿਬ ਗੌਰਵ ਜੀ, ਮੈਂ ਸਿਰਫ ਇੰਨੀ ਕਹਾਂਗਾ ਕਿ ਅੱਜ ਕਾਂਗਰਸ ਦੀ ਸਥਿਤੀ ਇਹ ਹੋ ਗਈ ਹੈ ਕਿ ਇੰਟਰਨੈਸ਼ਨਲ ਕਾਂਗਰਸ ਦੀ ਜਗ੍ਹਾ ਇੰਟਰਨੈਸ਼ਨਲ ਸਰਕਸ ਬਣ ਗਈ ਔਰ ਆਲ ਇਜ਼ ਵੈਲ ਦੀ ਜਗ੍ਹਾ ਆਲ ਇਨ ਦਾ ਵੈਲ ਹੋ ਗਿਆ। ਕਾਂਗਰਸ ਦੀ ਅੱਜ ਇਹ ਸਥਿਤੀ ਬਣੀ ਹੋਈ ਹੈ ਜਿਹੜੀ ਦੇਸ਼ ਵਾਸਤੇ ਵੀ ਅੱਛੀ ਨਹੀਂ ਗਈ, ਕਿਉਂਕਿ ਦੇਸ਼ ਦੇ ਵਿੱਚ ਰਿਸਪੌਂਸਿਬਲ ਔਰ ਲਾਜ਼ਮੀ ਤੌਰ ਤੇ ਠੀਕ ਹੈ ਸਰੀਨ ਸਾਹਿਬ, ਜੋ ਤੁਸੀਂ ਪੁਆਇੰਟ ਕਹਿ ਰਹੇ ਹੋ, ਉਮੀਦ ਹੈ ਲੋਕਾਂ ਤੱਕ ਪਹੁੰਚ ਗਿਆ ਹੋਏਗਾ, ਇਨਫੈਕਟ ਕਾਂਗਰਸ ਤੱਕ ਪਹੁੰਚ ਗਿਆ ਹੋਏਗਾ। ਸ਼ੁਕਰੀਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਵਿਚਾਲੇ ਰੋਕਦੇ ਹਾਂ। ਬਹੁਤ ਬਹੁਤ ਧੰਨਵਾਦ ਸਰੀਨ ਸਾਹਿਬ ਤੁਹਾਡਾ ਵੀ, ਰਵਨੀਤ ਜੀ, ਸੇਖੜੀ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇਸ ਪੂਰੇ ਸਿਆਸੀ ਕਲੇਸ਼ ਦੇ ਵਿਚਾਲੇ
ਕਿ ਕਿਸਾਨ ਅੰਦੋਲਨ ਨੂੰ ਲੈ ਕੇ ਅਗਲੇ 1 ਹਫ਼ਤੇ 'ਚ 10 ਦਿਨ 'ਚ ਜਾਂ 15 ਦਿਨ 'ਚ ਕੋਈ ਵੱਡੀ ਅਪਡੇਟ ਸਾਹਮਣੇ ਆ ਸਕਦੀ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਬਿਲਕੁਲ ਕਲੀਅਰ ਕਰ ਰਹੀਆਂ ਨੇ ਕਿ ਮੁੱਦਾ ਹੱਲ ਹੋਣਾ ਚਾਹੀਦਾ ਹੈ। ਉਹ ਕੌਣ ਕਿਹੜੀ ਪਾਰਟੀ 'ਚ ਜਾ ਕੇ ਕਰਵਾਵੇ ਜਾਂ ਕਿਹੜੇ ਸਮੀਕਰਨ ਬੈਠਣ, ਉਹਨਾਂ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ। ਉਹ ਚਾਹੁੰਦੇ ਨੇ ਕਿ ਇਹ ਪੂਰਾ ਮੁੱਦਾ ਹੱਲ ਹੋ ਜਾਵੇ। ਹਰ ਕੋਈ ਇਹ ਚਾਹੁੰਦਾ ਹੈ ਕਿ ਜਲਦ ਹੱਲ ਹੋ ਜਾਵੇ। ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਦਿੱਲੀ ਦੇ ਵਿੱਚ ਸਿਆਸੀ ਮਿਲਣੀਆਂ ਕਿ ਬਾਕੀ ਪੰਜਾਬ 'ਚ ਸਿਆਸਤ ਨੂੰ ਨਵੀਂ ਦਿਸ਼ਾ ਦੇਣਗੀਆਂ, ਸਭ ਦੀ ਨਜ਼ਰ ਇਸ ਦੇ ਉੱਤੇ ਲਾਜ਼ਮੀ ਤੌਰ ਤੇ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।